त्याग ते वैराग दी मूरत। गुरु तेग बहादुर महाराज जी का पहला नाम त्याग मल सी। त्याग मल बचपन का नाम। छेवें पातशाह महाराज जी के 5 साहिबजादे सन। बाबा गुरदित्ता जी, बाबा अटल राय, बाबा अणी राय, बाबा सूरज मल ते पंजवें सन त्याग मल श्री गुरु तेग बहादुर महाराज। एक इन्हां दी भैन सी माता वीरो। छेवें पातशाह महाराज जी के 5 साहिबजादे ते एक उन्हां दी धी सी। वो धी भी इदां दी कर्मां वाली जिहदी कुख तो 4 साहिबजादियां ने जन्म लिया। छेवें 10वें पातशाह महाराज जी दे जिन्हां ने पहला जंग 18.5 साल की उम्र भगाणी का फतेह किया, वो चारे दे चारे जरनैल उस जंग दे विच शामिल सन। 2 जिन्हां विच शहीद हो गए सन। रहो विचार, ये 5 भराता वड्डे बाबा गुरदित्ता जी, साध संगत ते छोटे त्याग मल श्री गुरु तेग बहादुर महाराज। ऐसा त्याग जे सच्चे पातशाह महाराज जी को श्री अमृतसर साहब की धरती को छड्डना पिया, जा कीरतपुर साहब की धरती ते डेरे लाए, फिर इधर भी नहीं वेख्या ये धरती का त्याग। कीरतपुर साहब विच सोटियां दाम करके बोलबाला हो गया। किसी कारण करके कीरतपुर साहब की धरती को छड्डना पिया ते अपने नानके नगर बाबा बकाला, जिथे बाबे बाल बकाले बारे 8वें पातशाह महाराज श्री हरकृष्ण ध्याई है, जिस डिठे सब दुख जाए। जिन्हां ने वचन किया सी बाबा भयो ग्राम बकाले आउण वाले गुरु। एक तो बाबा शब्द वरत्या जाता दादे वास्ते, एक बाबा शब्द वरत्या जाता वड्डे वास्ते। आपां कहने ना धन धन बाबा जोरावर सिंह, धन धन बाबा फतेह सिंह, ये वड्डे उम्र बशक की छोटी, करनी बड़ी वड्डी। ये वड्डियां करके 2 ही शब्द श्री हरकृष्ण साहब महाराज जी ने उन्होंने संबोधन किया, क्योंकि बाबा गुरदित्ता जी के साहिबजादे सन श्री हर राय साहब। श्री हर राय साहब जी के साहिबजादे सन श्री हरकृष्ण जी। इस करके रिश्ते वजों भी गुरु तेग बहादुर महाराज बाबा गुरदित्ता जी के भरा होने करके 8वें पातशाह महाराज जी दादे लगते सन। ये याद रखियो, 7वें पातशाह महाराज जी 6वें पातशाह के पोते लगते हैं। बाबा गुरदित्ता जी के लड़के दादे ने गद्दी दी है पोते नूं श्री हर राय साहब महाराज जी नूं, ते बाबे दे भरा गुरु तेग बहादुर महाराज जी बाबे वो भी दादा जी लगे। ते हुण पोता गद्दी दा इशारा करके गया अपने दादे वाल, बाबा भयो ग्राम बकाले आउण वाले गुरु। गुरु नानक पातशाह महाराज जी की जोत वो बाबे बकाले की गल त्याग दी है, बैराग दी।
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਦਾ ਨਾਮ ਪਹਿਲਾ ਤਿਆਗ ਮਲ ਸੀ, ਕਿਸੇ ਕਾਰਨ ਕਰਕੇ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਛੱਡਣਾ ਪਿਆ। ਜਾ ਡੇਰੇ ਲਾਏ ਬਾਬੇ ਬਕਾਲੇ ਦੀ ਧਰਤੀ ਤੇ। ਸਾਧ ਸੰਗਤ, ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਚਰਨ ਮੁਬਾਰਕ ਪਾ ਦਿੰਦੇ ਨੇ, ਉਹ ਧਰਤੀ ਬੜੀ ਭਾਗਾਂ ਵਾਲੀ, ਬੜੀ ਨਸੀਬਾਂ ਵਾਲੀ, ਬਹੁਤ ਕਰਮਾਂ ਵਾਲੀ ਹੋ ਜਾਂਦੀ ਹੈ, ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨ ਮੁਬਾਰਕ ਪਾਏ। ਕਿਹੜਾ ਜਾਣਦਾ ਸੀ ਬਾਬੇ ਬਕਾਲੇ ਦੀ ਧਰਤੀ ਨੂੰ? ਜਿੱਥੇ ਚਰਨ ਪੁਰਾਣੇ ਪਾਏ, ਸਾਥਾਂ ਨੇ ਉਹ ਧਰਤੀ ਹੈ। ਜਿੱਥੇ ਚਰਨ ਪੁਰਾਣੇ ਪਾਏ, ਸਾਥਾਂ ਨੇ ਉਹ ਧਰਤੀ ਬਣ ਗਈ। ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ। ਤਿਆਗ ਤੇ ਵਿਰਾਗ ਦੀ ਮੂਰਤ ਨੇ ਕੀਰਤਪੁਰ ਸਾਹਿਬ ਨੂੰ ਛੱਡ ਕੇ ਆਪਣੇ ਜਾ ਡੇਰੇ ਲਾਏ ਬਾਬੇ ਬਕਾਲੇ ਦੀ ਧਰਤੀ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਨਕਾ ਨਗਰ ਸੀ। ਸੱਚੇ ਪਾਤਸ਼ਾਹ
ਨਾਨਕਾ ਨਗਰ ਹੋਣ ਕਰਕੇ ਥੋੜਾ ਜਿਹਾ ਸੁਪਨ ਘਰਾਣਾ ਸੀ। ਸੱਚੇ ਪਾਤਸ਼ਾਹ ਨਾਨਕੀ ਪਰਿਵਾਰ ਵਿੱਚ ਆਪਣੇ ਰਹਿ ਰਹੇ ਨੇ, ਬਾਰ-ਬਾਰ ਖੇਤਾਂ ਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਭੋਰਾ ਤਿਆਰ ਕੀਤਾ। ਕੁਛ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਹੋਣਗੇ ਜਿੱਥੇ ਮਹਾਰਾਜ ਜੀ ਨੇ ਭੋਰਾ ਨਾ ਤਿਆਰ ਕੀਤਾ ਹੋਵੇ, ਪਰ ਬਹੁਤ ਸਥਾਨਾਂ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਭੋਰੇ ਸਾਹਿਬ ਮੌਜੂਦ ਨੇ। ਬਾਬੇ ਬਕਾਲੇ ਸਾਹਿਬ ਦੀ ਧਰਤੀ, ਉੱਥੇ ਬੈਠ ਕਰਕੇ ਸੱਚੇ ਪਾਤਸ਼ਾਹ ਨੇ, ਸ਼ਾਦੀ ਹੋ ਚੁੱਕੀ ਸੀ, ਧੰਨ 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 ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਹਿਲ, ਇਹ ਅੰਦਰ ਬਹਿ ਕੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਲੇ ਖੁਦ ਸਰੂਪ ਨੇ, ਪਰ ਆਉਣ ਵਾਲੇ ਸਮੇਂ ਦੀ ਕੋਈ ਤਿਆਰੀ ਕਰ ਰਹੇ ਨੇ। ਬੱਚੇ ਸਾਰਾ ਸਾਲ ਪੜ੍ਹਦੇ ਨੇ, ਕਾਹਦੇ ਵਾਸਤੇ? ਅਗਲੀ ਕਲਾਸ ਚ ਆਉਣ ਵਾਸਤੇ। ਫਿਰ ਇਹ ਪੇਪਰਾਂ ਦੀ ਤਿਆਰੀ ਕਰਦੇ ਨੇ, ਉਹਦੇ ਵਿੱਚ ਖਾਸ ਧਿਆਨ ਰੱਖਣਾ ਪੈਂਦਾ। ਪੇਪਰ ਆਉਂਦਾ, ਫਿਰ ਪਾਸ ਹੁੰਦੇ ਨੇ ਜਿਹੜੇ ਪੜ੍ਹੇ ਹੁੰਦੇ ਨੇ। ਜੇ ਕੋਈ ਇਹ ਸਵਾਲ ਕਰੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਰੂਪ ਨੇ, ਉਹਨਾਂ ਨੂੰ ਕੀ ਲੋੜ ਹੈ ਭੋਰੇ ਵਿੱਚ ਬੈਠਣ ਦੀ? ਉਹਦਾ ਖੁਦ ਪਰਮਾਤਮਾ ਨੇ, ਠੀਕ ਹੈ, ਖੁਦ ਪਰਮਾਤਮਾ ਹਨ, ਪਰਮੇਸ਼ਰ ਦਾ ਸਰੂਪ ਨੇ, ਗੁਰੂ ਨਾਨਕ ਦੀ ਜੋਤ ਨੇ, ਪਰ ਆਉਣ ਵਾਲੇ ਸਮੇਂ ਬਾਰੇ ਸੱਚੇ ਪਾਤਸ਼ਾਹ ਮਹਾਰਾਜ ਉਹਦੀ ਖਾਸ ਤਿਆਰੀ ਕਰ ਰਹੇ ਨੇ। ਸਾਧ ਸੰਗਤ, ਦੁਨੀਆ ਦੇ ਵਿੱਚ ਇੱਕ ਸੱਤ ਹੈ ਤੇ ਦੂਸਰੀ ਸਤਾ ਹੈ। ਇੱਕ ਧਰਮ ਹੈ, ਇੱਕ ਰਾਜਨੀਤਿਕ ਪੱਖ ਹੈ, ਇੱਕ ਪੁੰਨ ਹੈ ਤੇ ਇੱਕ ਪਾਪ ਹੈ, ਇੱਕ ਧਰਮ ਹੈ ਤੇ ਇੱਕ ਅਧਰਮ ਹੈ। ਜਦੋਂ ਦੀ ਪਰਮਾਤਮਾ ਨੇ ਦੁਨੀਆ ਸਾਜੀ ਹੈ, ਉਦੋਂ ਦਾ ਹੀ ਇਹ ਦੋਨਾਂ ਦਾ ਸਿਲਸਿਲਾ ਚੱਲਿਆ ਹੁੰਦਾ ਹੈ। ਜਿਹੜਾ ਸੱਚ ਹੈ ਨਾ, ਸੱਤ ਹੈ ਜਿਹੜਾ, ਹਮੇਸ਼ਾ ਦੁਨੀਆ ਵਿੱਚ ਸੱਚ ਕਾਇਮ ਰਹਿੰਦਾ ਹੈ, ਝੂਠ ਬਿਨਸ ਜਾਂਦਾ ਹੈ। ਤੇ ਸਾਧ ਸੰਗਤ, ਦੁਨੀਆ ਨੂੰ ਵਿਖਦਾ ਇਸ ਤਰ੍ਹਾਂ ਹੈ ਕਿ ਸੱਤ ਦੇ ਉੱਪਰ ਸਤਾ ਦਾ ਕਬਜ਼ਾ ਹੋ ਜਾਂਦਾ ਹੈ। ਕਦੇ ਕਦੇ ਸਤਾ ਜਿਹੜੀ ਇਹ ਬਹੁਤ ਪ੍ਰਬਲ ਹੈ, ਰਾਜਨੀਤ ਲੋਕ ਬਹੁਤ ਪ੍ਰਬਲ ਨੇ, ਸ਼ਕਤੀ ਬੜੀ ਪ੍ਰਬਲ ਹੈ, ਪਰ ਅਖੀਰ ਨੂੰ ਹਾਲਤ ਕੀ ਹੁੰਦੀ ਹੈ ਇਹ ਸਾਹਮਣੇ ਕੁਵਤ ਕਥਨੀ ਨਹੀਂ। ਸਾਧ ਸੰਗਤ, ਜੇ ਗੁਰੂ ਨਾਨਕ ਦਾ ਇਤਿਹਾਸ ਹੈ ਤੇ ਬਾਬਰ ਦਾ ਵੀ ਹੈ ਨਾਲ। ਬਾਬਰ ਕਿੱਧਰ ਗਿਆ? ਕੋਈ ਨਹੀਂ ਯਾਦ ਕਰਦਾ, ਗੁਰੂ ਨਾਨਕ ਸਾਹਮਣੇ ਬੈਠੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਇਤਿਹਾਸ ਹੈ, ਜਹਾਂਗੀਰ ਦਾ ਵੀ ਇਤਿਹਾਸ ਹੈ। ਕਿੱਧਰ ਗਈ ਸਤਾ ਜਹਾਂਗੀਰ ਬਾਦਸ਼ਾਹ ਦੀ? ਗੁਰੂ ਅਰਜਨ ਦੇਵ ਘਰ ਘਰ ਵਿੱਚ ਪ੍ਰਕਾਸ਼ ਨੇ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬੈਰਾਗ ਤੇ ਤਿਆਗ ਦੀ ਮੂਰਤ, ਧਰਮ ਦੀ ਚਾਦਰ। ਇੱਕ ਪਾਸੇ ਸਤਾ ਦੇ ਉੱਪਰ ਬੈਠਾ ਹੋਇਆ ਔਰੰਗਜ਼ੇਬ ਬਾਦਸ਼ਾਹ। ਕਿੱਧਰ ਗਈ ਉਹ ਸਤਾ, ਕਿੱਧਰ ਗਿਆ ਉਹ ਤਖਤ? 9 ਕਰੋੜ ਦੇ ਤਖਤ ਦੇ ਉੱਪਰ ਉਹ ਬਹਿੰਦਾ ਹੁੰਦਾ ਸੀ, ਹੀਰੇ ਆਦਿਕ ਲੱਗੇ ਹੁੰਦੇ ਸਨ। 16 ਸਾਲ ਵਿੱਚ ਤਿਆਰ ਹੋਇਆ ਸੀ ਉਹਦਾ ਤਖਤ ਬੈਠਣ ਵਾਲਾ।
ਨਾ ਤਖਤ ਰਿਹਾ ਨਾ ਤਾਜ ਰਿਹਾ। ਘਰ ਘਰ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੈ ਜੈਕਾਰ ਹੋ ਗਈ। ਸਤਾ ਕੁਛ ਸਮੇਂ ਵਾਸਤੇ ਸੱਚ ਦੇ ਉੱਪਰ ਹਾਵੀ ਹੁੰਦੀ ਹੈ, ਪਰ ਝੰਡੇ ਜਿਹੜੇ ਸਦਾ ਬੁਲੰਦ ਰਹਿੰਦੇ ਆ ਸੱਚ ਦੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਥਾਂ ਥਾਂ ਤੇ ਜੋਤਾਂ ਜਗਦੀਆਂ ਨੇ। ਕੁਆਂਟਲਾਂ ਦੇ ਹਿਸਾਬ ਨਾਲ ਘੀ ਪਿਆ ਹੋਇਆ ਦੇਸੀ। ਰੰਗਜੀਤ ਬਾਦਸ਼ਾਹ ਜਿਹੜਾ, ਉਹਦੀ ਮੜੀ ਦੇ ਉੱਪਰ ਉਹਦੀ ਮਜ਼ਾਰ ਤੇ ਬੈਠੇ ਹੋਏ ਲੋਕ ਉਹ ਟਰੱਕਾਂ ਵਾਲਿਆਂ ਤੋਂ ਰੁਪਈਆ ਰੁਪਈਆ ਮੰਗ ਕੇ ਉੱਥੇ ਚਿਰਾਗ ਜਗਾਉਂਦੇ ਨੇ। ਕਿੱਧਰ ਗਈ ਸਤਾ, ਕਿੱਧਰ ਗਿਆ ਉਹ ਰਾਜ। ਸਾਧ ਸੰਗ ਦੁਨੀਆ ਵਿੱਚ ਜੈ ਜੈਕਾਰ ਧਰਮੀ ਲੋਕਾਂ ਦੀ ਧਰਮ ਦੀ ਹੁੰਦੀ ਹੈ। ਇਸ ਕਰਕੇ ਇਹ ਸਤਾ ਦੇ ਸਤਾਏ ਹੋਏ ਲੋਕ ਸਨ। ਕੌਣ? ਇਹ ਹਿੰਦੁਸਤਾਨ ਦੇ ਵਾਸੀ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬੜੇ ਆਉਣ ਵਾਲੇ ਭਿਆਨਕ ਸਮੇਂ ਦੀ ਸਾਧ ਸੰਗਤ ਜਿਹਨੂੰ ਭਿਆਨਕ ਰੋਗ ਲੱਗਿਆ ਹੋਵੇ ਨਾ, ਡਾਕਟਰ ਇੱਕ ਲਫ਼ਜ਼ ਦਵਾਈ ਨਹੀਂ ਦਿੰਦਾ, ਬੜੇ ਟੈਸਟ ਹੁੰਦੇ ਨੇ। ਭਿਆਨਕ ਰੋਗ ਹੌਲੀ ਹੌਲੀ ਉਹਦੀ ਦਵਾਈ ਸ਼ੁਰੂ ਹੁੰਦੀ ਹੈ ਤੇ ਹੌਲੀ ਹੌਲੀ ਦਵਾਈ ਅਸਰ ਕਰਦੀ ਹੈ। ਗਲਤ ਦਵਾਈ ਖਾਏਗਾ ਇੱਕਦਮ ਰਿਐਕਸ਼ਨ ਕਰੇਗੀ। ਦੁਨੀਆ ਦੇ ਵਿੱਚ ਜਿਹੜਾ ਗਲਤ ਪ੍ਰਚਾਰ ਹੋਏ ਇੱਕਦਮ ਉਹ ਜਿਹੜਾ ਰਿਐਕਸ਼ਨ ਕਰਦਾ ਹੈ। ਆਮ ਕਹਿੰਦੇ ਸੁਣੇ ਵੇਖੇ ਨੇ ਕਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਭੋਰੇ ਪੱਟੇ, ਕਿਹੜੇ ਭੋਰਿਆਂ ਵਿੱਚ ਰਹੇ, ਐਵੇਂ ਝੂਠ ਦੁਨੀਆ ਤੇ ਬੁਲਾਏ। ਇੱਕ ਰਿਐਕਸ਼ਨ ਇਹ ਬਿਮਾਰੀ ਫੈਲ ਗਈ, ਗਲਤ ਪ੍ਰਚਾਰ। ਪਰ ਹਕੀਕਤ ਇਹ ਹੈ, ਅਸੀਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਥਾਨ ਬਨਾਰਸ ਦੇ ਵਿੱਚ ਵੀ ਵੇਖਿਆ, ਦਰਸ਼ਨ ਕੀਤੇ। ਉੱਥੇ ਵੀ ਸੱਚੇ ਪਾਤਸ਼ਾਹ ਮਹਾਰਾਜ ਦਾ ਪੂਰਾ ਮੌਜੂਦ ਹੈ। ਤੇ ਜਿਨ੍ਹਾਂ ਨੇ ਵੇਖਿਆ ਹੀ ਨਹੀਂ ਹੈ ਸਾਧ ਸੰਗਤ, ਫਿਰ ਉਹਨਾਂ ਨੇ ਬਿਆਨ ਵੀ ਕੀ ਕਰਨਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਸ ਜਗ੍ਹਾ ਦੇ ਉੱਪਰ ਬਾਬੇ ਬਕਾਲੇ ਦੀ ਧਰਤੀ ਤੇ 29 ਸਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 29 ਸਾਲ 9 ਮਹੀਨੇ ਤੇ 13 ਦਿਨ 26 ਸਾਲ 9 ਮਹੀਨੇ ਤੇ 13 ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਆਉਣ ਵਾਲੇ ਸਮੇਂ ਦੀ ਤਿਆਰੀ ਕੀਤੀ। ਕਿਉਂ? ਜਰਵਾਣੇ ਦੀ ਤਾਕਤ ਵੀ ਬਹੁਤ ਹੈ। ਜਰਵਾਣੇ ਦੀ ਤਲਵਾਰ ਨੂੰ ਖੁੰਡਿਆਂ ਕੀ ਕਰ ਸਕਦੀ ਹੈ? ਇੱਕ ਸੇਵਾ ਤੇ ਦੂਸਰਾ ਪਰਮੇਸ਼ਰ ਦਾ ਨਾਮ, ਇਹੀ ਖੁੰਡਿਆਂ ਕਰ ਸਕਦੇ ਨੇ। ਤਪੱਸਿਆ ਇਹਦੀ ਜ਼ਰੂਰਤ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਫਿਰ ਅਣਥੱਕ ਉੱਥੇ ਘਾਲ ਕਮਾਈ ਕੀਤੀ, ਬਾਬੇ ਬਕਾਲੇ ਦੀ ਧਰਤੀ। ਅੱਠਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ। ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਦਿੱਲੀ ਚਲੇ ਗਏ। ਰਾਜਾ ਜੈ ਸਿੰਘ ਜਿਹਦਾ ਘਰ ਸੀ ਬੰਗਲਾ, ਹੁਣ ਬੰਗਲਾ ਸਾਹਿਬ ਬਣ ਗਿਆ ਸੱਚੇ ਪਾਤਸ਼ਾਹ ਦੇ ਚਰਨ ਪੈਣ ਨਾਲ। ਇਹ ਰਾਜੇ ਜੈ ਸਿੰਘ ਦਾ ਘਰ ਸੀ। ਮਹਾਰਾਜ ਜੀ ਦਾ ਠਹਿਰਾਓ ਕੀਤਾ ਉੱਥੇ। ਚੇਚਕ ਦੀ ਬਿਮਾਰੀ ਫੈਲੀ ਹੋਈ ਹੈ ਸਾਰੀ ਦਿੱਲੀ ਦੇ ਵਿੱਚ, ਬੜੀ ਦੁਨੀਆ ਪਬਲਿਕ ਮਾਰੀ ਜਾ ਰਹੀ ਹੈ, ਬਹੁਤ ਮਾਰ ਰਹੇ ਨੇ ਵਿਚਾਰੇ। ਅੱਠਵੇਂ ਪਾਤਸ਼ਾਹ ਮਹਾਰਾਜ ਜੀ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉੱਚੇ ਥਾਂ ਤੇ ਬਹਿ ਜਾਂਦੇ ਨੇ। ਜਿਹੜਾ ਸਾਡਾ ਦਰਸ਼ਨ ਕਰੇਗਾ ਉਹਦੇ ਚੇਚਕ ਦੇ ਸਾਰੇ ਰੋਗ ਖਤਮ ਹੋ ਜਾਣਗੇ। ਐਵੇਂ ਨਹੀਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਵਾਰ ਦੇ ਵਿੱਚ ਲਿਖਣਾ ਕੀਤਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੀ ਬਾਬਤ। ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ,
ਵਿੱਚ 8ਵੇਂ ਪਾਤਸ਼ਾਹ ਮਹਾਰਾਜ ਜੀ ਦੀ ਉਸਤ ਵਡਿਆਈ ਕੀਤੀ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਡਿਠੇ ਸਭ ਦੁੱਖ ਜਾਏ, ਇੱਕ ਦੋ ਚਾਰ ਰੋਗ ਨਹੀਂ। ਮਹਾਰਾਜ ਕਹਿੰਦੇ ਸਾਰੇ ਦੁੱਖ ਉਹਦੇ ਮਿਟ ਜਾਂਦੇ ਸਨ ਜਿਹੜਾ 8ਵੇਂ ਪਾਤਸ਼ਾਹ ਮਹਾਰਾਜ ਜੀ ਨੇ ਦਰਸ਼ਨ ਕਰ ਲੈਂਦਾ। ਫਿਰ ਵੀ ਬਹੁਤ ਦੁਨੀਆ ਇਹ ਚੇਚਕ ਦੀ ਬਿਮਾਰੀ ਨਾਲ ਮਰਨ ਲੱਗੀ। 8ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨ ਦਾ ਅੰਗੂਠਾ ਘੋਲ ਕੇ ਕੁੰਡ ਵਿੱਚ ਪਾ ਦਿੱਤਾ, ਜਿਹੜਾ ਦਾ ਜਲ ਸਕੇਗਾ ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ। ਇਹ ਗੁਰੂ ਵਿੱਚ ਸਮਰਥ ਹੈ ਤੇ ਜਾਂ ਗੁਰੂ ਦੇ ਪਿਆਰਿਆਂ ਵਿੱਚ, ਮਹਾਂਪੁਰਸ਼ਾਂ ਦੇ ਵਿੱਚ। ਕਈ ਇੱਥੇ ਬੜੇ ਰੋਗਾਂ ਵਾਲੇ ਆ ਜਾਣੇ, ਮਹਾਰਾਜ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੋਇਆ। ਮਹਾਂਪੁਰਸ਼ਾਂ ਨੇ ਕਹਿਣਾ ਗੁਰੂ ਘਰ ਵਿੱਚ ਦੇਗ ਕਰਵਾਓ ਤੇ ਚਰਨ ਕੌਲ ਦੇ ਪਾਣੀ ਦੇ ਨਾਲ ਇਸ਼ਨਾਨ ਕਰਿਆ ਕਰੋ। ਇਹ ਚਰਨ ਕੌਲ ਦਾ ਪਾਣੀ ਜਿਹੜਾ ਜਲ ਵੀ ਕਿਹਾ ਜਾਂਦਾ ਹੈ, ਇਹਦੇ ਨਾਲ ਇਸ਼ਨਾਨ ਕਰਿਆ ਕਰੋ, ਠੀਕ ਹੋ ਜਾਣ। ਨਾਨਕ ਭਗਤਾ ਸਦਾ ਵਿਗਾਸ ਸੁਣਿਆ, ਦੁਖ ਪਾਪ ਕਾ ਨਾਸ਼। ਇਹ ਹੁੰਦੇ ਵੇਖੇ ਨੇ। ਜਾਨਾਂ ਦੇ ਪਿਆਰਿਆਂ ਵਿੱਚ ਤਾਕਤ ਹੈ, ਰੱਬੀ ਤਾਕਤ। 8ਵੇਂ ਪਾਤਸ਼ਾਹ ਮਹਾਰਾਜ ਜੀ ਨੇ ਚਰਨ ਦਾ ਅੰਗੂਠਾ ਘੋਲ ਕੇ ਉਹ ਕੂਏ ਵਿੱਚ ਪਾ ਦਿੱਤਾ, ਜਿਹੜਾ ਇੱਥੋਂ ਅੰਮ੍ਰਿਤ ਜਲ ਸਕੇਗਾ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ। ਫੇਰ ਵੀ ਬਿਮਾਰੀ ਨਹੀਂ ਕਾਬੂ ਆ ਰਹੀ। 8ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਰੀ ਦਿੱਲੀ ਦੀ ਚੇਚਕ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਪਰ ਲੈ ਲਈ। 5.5 ਸਾਲ ਦੀ ਉਮਰ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਹੋਏ। 8.5 ਸਾਲ ਦੀ ਉਮਰ ਇਸ ਦੁਨੀਆ ਤੋਂ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਸਰੀਰ ਦਾ ਉਹਲਾ ਕਰ ਲਿਆ। ਇੱਕ ਛਾਪ ਛੱਡ ਦਿੱਤੀ। ਜਦੋਂ ਤੋਂ ਦੁਨੀਆ ਸਾਜੀ ਪਰਮੇਸ਼ਰ ਨੇ ਇਹ ਬਚਪਨ ਦੇ ਵਿੱਚ ਕੋਈ ਦੁਨੀਆ ਦਾ ਰਹਿਬਰ ਨਹੀਂ ਸੀ ਬਣਿਆ, ਕੋਈ ਗੁਰੂ ਨਹੀਂ ਸੀ ਬਣਿਆ। 5.5 ਸਾਲ ਦੀ ਉਮਰ 8ਵੇਂ ਪਾਤਸ਼ਾਹ ਮਹਾਰਾਜ ਜੀ ਦੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੇ। ਤੇ ਛੋਟੀ ਉਮਰ ਦੇ ਵਿੱਚ ਹੀ ਕਿਉਂ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਉਹਲਾ ਕਰ ਲਿਆ? ਕਿਉਂ? ਇਹ ਬਚਪਨ ਦੀ ਛਾਪ ਛੱਡਣੀ ਸੀ, ਉਮਰ ਦਾ ਤਾਜ਼ਾ ਨਹੀਂ, ਗੱਲ ਕਰਨੀ ਕਮਾਈ ਦੀ। ਰਹੋ ਵਿਚਾਰ ਉਹਨਾਂ ਨੇ ਆਪਣੇ ਸਰੀਰ ਦਾ ਉਹਲਾ ਕਰ ਲਿਆ। ਸਾਰੀ ਦਿੱਲੀ ਦੀ ਚੇਚਕ ਆਪਣੇ ਸਰੀਰ ਤੇ ਲੈ ਲਈ ਤੇ ਸੰਗਤਾਂ ਦਾ ਭਲਾ ਕੀਤਾ। ਸੱਚੇ ਪਾਤਸ਼ਾਹ ਨੇ ਗੁਰੂ ਭਲਾ ਕਰਦਾ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਇਸ਼ਾਰਾ ਕੀਤਾ ਧੰਨ ਗੁਰੂ 8ਵੇਂ ਪਾਤਸ਼ਾਹ ਮਹਾਰਾਜ ਜੀ ਨੇ, ਬਾਬਾ ਭਇਓ ਬਰਾਮ ਬਕਾਲੇ, ਆਉਣ ਵਾਲੇ ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਉਹ ਬਾਬੇ ਬਕਾਲੇ ਦੇ ਵਿੱਚ ਜਿੱਥੇ ਸਿੱਖ ਸਾਧ ਸੰਗਤ ਗੁਰੂ ਸਾਹਿਬਾਨ ਆਪਣੇ ਗੁਰਸਿੱਖਾਂ ਨੂੰ, ਉਹਨਾਂ ਦੀ ਕਮਾਈ ਨੂੰ ਪ੍ਰਗਟ ਕਰਦੇ ਨੇ, ਉੱਥੇ ਗੁਰਸਿੱਖ ਫਿਰ ਆਪਣੇ ਗੁਰੂ ਨੂੰ ਵੀ ਪ੍ਰਗਟ ਕਰ ਦਿੰਦੇ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਸੀ ਸਾਧ ਸੰਗਤ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ। ਇਸੇ ਤਰ੍ਹਾਂ ਦਾ ਸਮਾਂ ਹੋਇਆ। ਇਹ ਅਕਾਲ ਪੁਰਖ ਪਰਮਾਤਮਾ ਹੀ ਸਾਰੀ ਵਿਆਹਤਬੰਦੀ ਪਰਮੇਸ਼ਰ ਨੇ ਬਣਾਈ ਹੁੰਦੀ। ਇੱਕ ਬੜਾ ਵੱਡਾ ਵਪਾਰੀ ਸਾਧ ਸੰਗਤ ਜ਼ਿਲ੍ਹਾ ਜੇਹਲਮ ਗੁਜਰਾਤ ਦੇ ਰਹਿਣ ਵਾਲਾ। ਗੁਜਰਾਤ ਨਾ ਸਮਝੇਗਾ ਆਪਣੀ ਇੰਡੀਆ ਵਾਲੀ, ਇੱਥੇ ਦੇ ਸਾਰੇ ਠੱਗ ਟੋਲਾ ਇਕੱਠਾ ਹੋਇਆ ਪਿਆ।
ये जिन्ने देश में लुट के खा रहे हैं ना, ये सारे गुजराती ने। वो गुजरात जिहड़ा पाकिस्तान दे विच है, उत्थों दे रहन वाला, जिहदा उन्हां समयां विच बड़ा वड्डा कारोबार सी, खच्चरां ते वणज वपार करदा, 100 खच्चर रखदा, 10 बेड़े चलते ने उहदे, एडा वड्डा व्यापारी साध संगत। पर इन्ना भभूति माणदे होण दे बावजूद भी वो साध संगत पदार्थवादी बाद विच है, पहला गुरु का सिख है, गुरु की सिक्खी है उहदे पल्ले। वणज व्यापार करना साध संगत, ये वणज व्यापार कौन करते हैं? वणजारे लोग। ये वणजारियां दे विचों सी भाई लखी शाह, वणजारा गोत है एक, वणजारा जात, जिहड़े आप भी बहुत गुरु नानक नूं, गुरु नानक की सिੱਖੀ नूं मनदे। गुजरात दे विच भी बड़े ने, पाकिस्तान वाली गुजरात, गुरु नानक नूं मनण वाले, जे अमृत नहीं छकिया पर अंदर प्रेम है गुरु का। ये वणजारे सिख आप दे शब्द लगावन हार, बाणी विच भी हवाला है। ये जीव भी दुनिया के उपर वणजारा है। वणजारे का की काम होना? सौदा लैना ते देना। ये जीव भी दुनिया में एक वणजारा आया। आपां की करन आए हैं? सवास इत्थे खर्चे जाने ने, सवासां दे बदले जिन्हें दा नाम धन जमा कर लिया, ਉਹਦੇ भंडार भरे जाने ने, ते बाकी फिर जिहड़े माया तो अपनी अकल तो काम नहीं लेंदे, एवं गवा दिंदे ने, पदार्थ एवं गवा दिंदे ने, फिर वो कंगाल हो जाते हैं। कंगाल जिहड़े गुरु नानक की सिੱਖੀ नूं धारण नहीं करते, सेवा सिमरन नहीं करते, वणजारे कमाउण वाले वो दुनिया में खाली रह जाते हैं, कंगालता उन्हां पर आ जाती है। क्योंकि सवास दिते परमेश्वर ने खर्च के चले गए, पर उहदे वजूद विच कुछ घटिया ही नहीं। ये वणजारा सी, वणज व्यापार काम करना, इहदा बेड़ा भरिया तैयार किया, मास्क वाल नूं जा रहा, जिन्हों मास्क कहा जाता, मास्क वाले का वणज व्यापार बड़ा सी। आपो अपनी गाहकी हुंदी, समुद्र विच चलदियां चलदियां बेड़ा इहदा बरेती दे विच जहाज जिहड़ा वो खलो जाता। बड़े टापू आते हैं समुद्र विच, बरेती सुक्की जगह आई ते जहाज खलो गया, फस गया, ना इधर ना उधर। बड़ियां अरदासां बेनतियां, जिवें आपां थां पर थां मत्था टेकदे हैं, इत्थों आशा नहीं पूरी हुई झोला चक के अगे, उथों नहीं पूरी हुई उदों अगे। गुरु नूं मिलण नहीं आउंदे, इत्थे बहुत घट ने जिन्हां दे अंदर गुरु का प्रेम। बस कारोबार करके इत्थे आउंदे आ, तुसीं भी जाणदे हो ते असीं भी जाणदे। ये कारोबार करके सिर सिरे चल रहे हैं। बस किसी का फेल हो गया, किसी का घट चलता, पर क्योंकि दुनिया पदार्थवादी है, पदार्थां नाल जुड़ी है। पर गुरु नानक दे सिख पहला होना चाहिए। अपना सच्चे पातशाह महाराज जी ने बाकी दातां आपे दे देनी है। जो कुछ रब ने देना है ना, परमेश्वर ने सब कुछ लिखिया है। जो कुछ पाया सो एका वार, अपने कर्मां विच एक बार लिख दिता परमात्मा ने। वो हर हालत मिल के रहना, रहो विचार
ਇਹ ਵਣਜੋ ਪਾਰ ਕਰਨ ਵਾਸਤੇ ਗਿਆ, ਪਰ ਬੇੜਾ ਹੁਣ ਪ੍ਰੇਤੀ ਵਿੱਚ ਗੱਡ ਗਿਆ। ਇਹ ਗੁਰੂ ਨਾਨਕ ਦੇ ਚਰਨਾਂ ਦਾ ਸਿੱਖ ਹੈ। ਇਹ ਮੜੀਆਂ ਨੂੰ ਪੂਜਣ ਵਾਲਾ ਨਹੀਂ, ਇਹ ਇੱਟਾਂ ਨੂੰ ਪੂਜਣ ਵਾਲਾ ਨਹੀਂ। ਬਜ਼ੁਰਗਾਂ ਨੇ ਕਹਿ ਦਿੱਤਾ ਆਪਣੇ ਸ਼ਹੀਦ ਨੇ, ਆਪਾਂ ਅੱਗੇ ਬੱਚਿਆਂ ਨੂੰ ਦੱਸ ਦੇਵਾਂਗੇ ਆਪਣੇ ਸ਼ਹੀਦ ਨੇ, ਉਹ ਅੱਗੇ ਆਉਣ ਵਾਲੇ ਦੱਸ ਦੇਣਗੇ। ਪਤਾ ਕਿਸੇ ਨੂੰ ਕੱਖ ਹੁੰਦਾ ਨਹੀਂ। ਅੱਜ ਤੱਕ ਸਿੱਖ ਕੌਮ ਦੇ ਅੰਦਰ ਜਿੰਨੇ ਸ਼ਹੀਦ ਹੋਏ ਨੇ, ਸਭ ਦਾ ਪਿੰਡ ਤੇ ਸਭ ਦੇ ਮਾਤਾ ਪਿਤਾ, ਉਹਨਾਂ ਦਾ ਨਾਮ ਮੌਜੂਦ ਹੈ। ਪਰ ਇੱਟਾਂ ਨਾਲ ਬਣੇ ਹੋਏ ਇਹਨਾਂ ਦਾ ਕੱਖ ਨਹੀਂ, ਨਾ ਪਤਾ ਨਾ ਸੁਰ ਰੋਹ ਵਿਚਾਰ। ਪਰ ਇਹ ਗੁਰੂ ਨਾਨਕ ਦਾ ਸਿੱਖੇ ਨੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ ਹੈ। ਗੁਰੂ ਚਰਨਾਂ ਵਿੱਚ ਅਰਦਾਸ, ਮਾਇਆ ਦਿੱਤਿਆਂ ਤੋਂ ਕੰਮ ਨਾ ਬਣੇ, ਸਿਫਾਰਿਸ਼ ਲਾਇਆਂ ਤੋਂ ਕੰਮ ਨਾ ਬਣੇ। ਆਪਣੀ ਅਕਲ ਬੁੱਧੀ ਪੂਰਾ ਜ਼ੋਰ ਲਾ ਲਵੇ, ਕੰਮ ਨਾ ਬਣੇ। ਫਿਰ ਉੱਥੇ ਗੁਰੂ ਚਰਨਾਂ ਵਿੱਚ ਗੁਰਸਿੱਖ ਦੀ ਕੀਤੀ ਅਰਦਾਸ ਪਹੁੰਚ ਜਾਂਦੀ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇਹ ਅਰਦਾਸਾਂ ਕਰਦਾ ਹੈ ਭਾਈ ਮੱਖਣ ਸ਼ਾਹ। ਬੇੜਾ ਬੰਨੇ ਲਾ ਦੇ